Hello students, welcome to the next lecture of Computer Fundamentals and Information Technology. CF and IT ਦਾ ਅਸੀਂ third unit ਕਰ ਰਹੇ ਹਾਂ, that is Introduction to Internet and its Application. ਪਿਛਲੇ lecture 'ਚ ਅਸੀਂ discuss ਕੀਤਾ ਸੀ ਇੰਟਰਨੈਟ ਕੀ ਹੈ, ਇੰਟਰਨੈਟ ਦੀ ਵਰਕਿੰਗ ਕੀ ਹੈ, ਇੰਟਰਨੈਟ ਦੇ ਐਡਵਾਂਟੇजेस ਕੀ ਨੇ ਤੇ ਡਿਸਐਡਵਾਂਟੇजेस ਕੀ ਨੇ। ਅੱਜ ਦੇ ਲੈਕਚਰ 'ਚ ਅਸੀਂ ਡਿਸਕਸ ਕਰਾਂਗੇ ਕਿ ਵੈਬ ਬਰਾਊਜ਼ਰ ਕੀ ਹੈ, FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ ਕੀ ਹੁੰਦਾ ਹੈ, ਈਮੇਲ ਕੀ ਹੈ, ਈਮੇਲ ਐਡਰੈਸ ਕੀ ਹੈ ਐਂਡ ਐਡਵਾਂਟੇजेस ਕੀ ਨੇ ਈਮੇਲ ਨੂੰ ਯੂਜ਼ ਕਰਨ ਦੇ। ਸਭ ਤੋਂ ਪਹਿਲਾਂ ਵੈਬ ਬਰਾਊਜ਼ਰ ਕੀ ਹੈ। A web browser is a software program that allows the user to locate, access and display web pages. So web browser एक software program है जिन्हों यूज़ करके user web pages ਨੂੰ access कर सकता है। For example ਅਸੀਂ इंटरनेट यूज़ करते हैं, कोई भी website ਨੂੰ open करते हैं, एक website ਦੇ ਉੱਪਰ बहुत सारे web pages ਹੁੰਦੇ ਆ, number of pages web pages ਹੁੰਦੇ ਆ ਇੱਕ website ਦੇ ਅੰਦਰ। ਸੋ ਜਦੋਂ ਵੀ ਇੱਕ ਯੂਜ਼ਰ ਨੇ ਜਿਹੜਾ ਕਿ ਕੰਪਿਊਟਰ ਨੂੰ ਯੂਜ਼ ਕਰ ਰਿਹਾ ਉਹ ਕਿਸੇ ਵੈਬਸਾਈਟ ਨੂੰ ਅਸੈਸ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਅਸੀਂ ਬਰਾਊਜ਼ਰ ਓਪਨ ਕਰਦੇ ਹਾਂ। ਅਸੀਂ ਆਪਣੇ ਇੰਟਰਨੈਟ 'ਤੇ ਕੁਝ ਵੀ ਓਪਨ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਗੂਗਲ ਕ੍ਰੋਮ ਖੋਲਾਂਗੇ ਜਾਂ ਫਿਰ ਫਾਇਰਫੌਕਸ ਖੋਲਾਂਗੇ ਜਾਂ ਫਿਰ ਇੰਟਰਨੈਟ ਐਕਸਪਲੋਰਰ ਖੋਲਾਂਗੇ। ਸੋ ਬਹੁਤ ਸਾਰੇ ਬਰਾਊਜ਼ਰਸ ਹੁੰਦੇ ਨੇ। ਬਰਾਊਜ਼ਰ ਇੱਕ ਸੌਫਟਵੇਅਰ ਪ੍ਰੋਗਰਾਮ ਹੁੰਦਾ ਜਿਹੜਾ ਯੂਜ਼ਰ ਨੂੰ ਅਲਾਉ ਕਰਦਾ ਹੈ ਜਿਹਦੇ ਥਰੂ ਅਸੀਂ ਵੈਬ ਪੇਜਸ ਨੂੰ ਅਸੈਸ ਕਰ ਸਕਦੇ ਹਾਂ। Browsers are primarily for displaying and accessing websites on internet. ਇੰਟਰਨੈਟ ਦੇ ਉੱਪਰ ਵੈਬਸਾਈਟਸ ਨੂੰ ਅਸੈਸ ਕਰਨ ਲਈ, ਡਿਸਪਲੇ ਕਰਨ ਦੇ ਲਈ ਬਰਾਊਜ਼ਰਸ ਨੂੰ ਯੂਜ਼ ਕੀਤਾ ਜਾਂਦਾ ਹੈ। Browsers translate web pages and websites written using HTML, hypertext markup language and delivered using HTTP hypertext transfer protocol into human readable content. ਸੋ ਬਰਾਊਜ਼ਰ ਕੀ ਕਰਦੇ ਆ, ਜਿਹੜੀ ਵੈਬ ਪੇਜਸ, ਜਿਹੜੀਆਂ ਵੈਬਸਾਈਟਸ ਕਿਹੜੀ ਲੈਂਗੁਏਜ 'ਚ ਲਿਖੀਆਂ ਹੋਈਆਂ HTML ਦੇ ਵਿੱਚ, ਜਿਹੜੀਆਂ ਵੀ ਵੈਬਸਾਈਟਸ ਹੁੰਦੀਆਂ ਨੇ ਉਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ HTML ਪਲੱਸ ਕੁਝ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਲਾਈਕ PHP, ਜਾਵਾਸਕ੍ਰਿਪਟ, ਜੋ ਵੀ ਟੈਕਨੋਲੋਜੀਜ਼ ਯੂਜ਼ ਹੁੰਦੀਆਂ। ਪ੍ਰਾਈਮਰੀਲੀ ਜਿਹੜੀਆਂ ਵੀ ਵੈਬ ਪੇਜਸ ਨੇ ਜਿਹੜੀਆਂ ਕਿ HTML 'ਚ ਲਿਖੀਆਂ ਗਈਆਂ ਨੇ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਦੇ ਵਿੱਚ ਐਂਡ ਕਿਸ ਪ੍ਰੋਟੋਕੋਲ ਦੇ ਥਰੂ ਉਹ ਕੰਮ ਕਰਦੀਆਂ ਨੇ, ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਦੇ ਥਰੂ। ਸੋ ਬਰਾਊਜ਼ਰ ਵੈਬਸਾਈਟਸ ਨੂੰ ਜਿਹੜੀ ਕਿ HTML ਦੇ ਵਿੱਚ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਯੂਜ਼ਰਸ ਉਹਨਾਂ ਨੂੰ ਅਸੈਸ ਕਰ ਪਾਉਂਦੇ ਆ ਬਰਾਊਜ਼ਰ ਦੇ ਥਰੂ। ਦ ਵੇਰੀਅਸ ਵੈਬ ਬਰਾਊਜ਼ਰਸ ਆਰ, ਇਹ ਕੁਝ ਵੈਬ ਬਰਾਊਜ਼ਰਸ ਸ਼ੋ ਕੀਤੇ ਗਏ ਹੈ ਜਿੱਦਾਂ ਕਿ ਕ੍ਰੋਮ ਹੈ, ਫਾਇਰਫੌਕਸ ਹੈ, ਸਫਾਰੀ ਬਰਾਊਜ਼ਰ ਇਜ਼ ਦੇਅਰ, ਓਪੇਰਾ ਇਜ਼ ਦੇਅਰ, ਇੰਟਰਨੈਟ ਐਕਸਪਲੋਰਰ ਇਜ਼ ਦੇਅਰ। ਇਹ ਸਾਰੇ ਵੈਬ ਬਰਾਊਜ਼ਰਸ ਨੇ। ਹੁਣ next is file transfer protocol, FTP ਕੀ ਹੈ। File transfer protocol is an internet tool that allows an internet user to move a file from one computer to another. ਸੋ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਜਦੋਂ ਵੀ ਫਾਈਲ ਜਾ ਰਹੀ ਹੈ ਇੰਟਰਨੈਟ ਦੇ ਥਰੂ, ਉਹ ਕਿਸ ਪ੍ਰੋਟੋਕੋਲ ਦੇ ਥਰੂ ਜਾਏਗੀ, ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦੇ ਥਰੂ, FTP ਦੇ ਥਰੂ। ਕੱਲ ਵੀ ਅਸੀਂ ਡਿਸਕਸ ਕੀਤਾ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਜਿਹੜਾ ਇੰਟਰਨੈਟ ਹੈ, ਜਦੋਂ ਕੰਪਿਊਟਰਸ ਇੰਟਰਨੈਟ ਦੇ ਉੱਪਰ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਦੇ ਆ ਕੁਝ ਸੈੱਟ ਆਫ ਰੂਲਸ ਦੇ ਅਕੋਰਡਿੰਗਲੀ ਕਰਦੇ ਆ, ਉਹਨਾਂ ਸੈੱਟ ਆਫ ਰੂਲਸ ਨੂੰ ਜਿਹੜਾ ਹੈ ਪ੍ਰੋਟੋਕੋਲ ਕਿਹਾ ਜਾਂਦਾ ਹੈ। ਸੋ ਜਦੋਂ ਇੱਕ ਕੰਪਿਊਟਰ ਦੂਸਰੇ ਕੰਪਿਊਟਰ ਦੇ ਨਾਲ ਫਾਈਲ ਸੈਂਡ ਕਰ ਰਿਹਾ, ਰਿਸੀਵ ਕਰ ਰਿਹਾ, ਉਹ ਇੱਕ ਪ੍ਰੋਟੋਕੋਲ ਦੇ ਥਰੂ ਸੈਂਡ ਕਰਦਾ ਜਾਂ ਰਿਸੀਵ ਕਰਦਾ, ਉਸ ਪ੍ਰੋਟੋਕੋਲ ਨੂੰ ਕਿਹਾ ਜਾਂਦਾ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਇਟ ਪ੍ਰਮੋਟਸ ਸ਼ੇਅਰਿੰਗ ਆਫ ਫਾਈਲਸ। ਇਸ ਪ੍ਰੋਟੋਕੋਲ ਦੇ ਨਾਲ ਅਸੀਂ ਆਪਣੀਆਂ ਫਾਈਲਸ ਨੂੰ ਸ਼ੇਅਰ ਕਰ ਸਕਦੇ ਹਾਂ, ਕਿਸੇ ਵੀ ਤਰੀਕੇ ਦੀ ਫਾਈਲ ਨੂੰ ਜਿਹੜੀ ਕਿ ਇੱਕ ਕੰਪਿਊਟਰ ਦੇ ਉੱਪਰ ਸਟੋਰ ਕੀਤੀ ਗਈ ਹੈ। ਇਟ ਟ੍ਰਾਂਸਫਰ ਡੇਟਾ ਐਫੀਸ਼ੀਐਂਟਲੀ ਐਂਡ ਰਿਲਾਇਬਲੀ। FTP ਦੇ ਨਾਲ ਡੇਟਾ ਐਫੀਸ਼ੀਐਂਟਲੀ ਐਂਡ ਰਿਲਾਇਬਲ ਤਰੀਕੇ ਦੇ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਟ ਇਜ਼ ਯੂਜ਼ਡ ਟੂ ਡਾਊਨਲੋਡ ਪ੍ਰੋਗਰਾਮਸ ਐਂਡ ਅਦਰ ਫਾਈਲਸ ਟੂ ਦ ਕੰਪਿਊਟਰ। ਸੋ ਇਸ ਡਾਇਗਰਾਮ ਤੋਂ ਕਲੀਅਰ ਹੋ ਰਿਹਾ ਇਹ ਇੱਕ FTP ਸਰਵਰ ਹੈ, ਇੱਕ FTP ਕਲਾਇੰਟ ਹੈ ਐਂਡ ਇੱਧਰ ਇੱਕ FTP ਕਲਾਇੰਟ ਹੈ। ਸੋ ਜਿਹੜਾ ਇੱਕ ਕਲਾਇੰਟ ਹੈ ਉਹ ਸਰਵਰ ਦੇ ਨਾਲ ਜੋ ਵੀ ਸਰਵਿਸਿਜ਼ ਉਹਦੇ ਕੋਲ ਲੈ ਰਿਹਾ, ਫਾਈਲ ਉੱਤੋਂ ਉਹਨੂੰ ਕੁਝ ਭੇਜ ਰਿਹਾ, ਕੁਝ ਉਹਦੇ ਤੋਂ ਰਿਸੀਵ ਕਰ ਰਿਹਾ। ਸੋ ਇਹ ਸਭ ਕੁਝ ਜਿਹੜਾ ਵੀ ਫਾਈਲ ਟ੍ਰਾਂਸਫਰ ਹੋ ਰਿਹਾ ਇੱਕ ਕਲਾਇੰਟ ਤੋਂ ਸਰਵਰ 'ਤੇ ਜਾਂ ਸਰਵਰ ਤੋਂ ਕੁਝ ਰਿਸਪੌਂਸ ਆ ਰਿਹਾ ਕਲਾਇੰਟ ਕੋਲ, ਇਹ ਸਾਰੀ ਜਿਹੜੀ ਪ੍ਰੋਸੈਸਿੰਗ ਹੈ ਇਸ ਕਿਸ ਪ੍ਰੋਟੋਕੋਲ ਦੇ ਉੱਪਰ ਡਿਪੈਂਡ ਕਰਦੀ ਹੈ, FTP, ਦੈਟ ਇਜ਼ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਨੈਕਸਟ ਹੈ ਈਮੇਲ ਕੀ ਹੈ। ਈਮੇਲ ਦੀ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਮੇਲ
email allows an internet user to send a message to another internet user in any part of the world. So email ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ Gmail यूज़ करते हैं, Yahoo यूज़ करते हैं. So email एक इंटरनेट यूज़र ਨੂੰ ਅਲਾਉ ਕਰਦੀ ਹੈ ਕਿ ਇੱਕ ਇੰਟਰਨੈਟ ਯੂਜ਼ਰ ਜਿਹੜਾ ਇੱਕ ਯੂਜ਼ਰ ਇੰਟਰਨੈਟ ਦੇ ਉੱਪਰ ਹੈ, ਜੋ ਵੀ ਇੰਟਰਨੈਟ ਨੂੰ ਯੂਜ਼ ਕਰ ਰਿਹਾ, ਉਹ ਆਪਣਾ ਮੈਸੇਜ ਕਿਸੇ ਵੀ ਕੰਪਿਊਟਰ ਤੇ ਸੈਂਡ ਕਰ ਸਕਦਾ ਹੈ ਆਲ ਓਵਰ ਦ ਵਰਲਡ. ਸੋ ਇਟ ਸੇਵਸ ਦ ਟਾਈਮ ਐਂਡ ਮਨੀ. ਇਟ ਇਜ਼ ਲੈਸ ਐਕਸਪੈਂਸਿਵ ਦੈਨ ਪੋਸਟਲ ਮੇਲ. ਸੋ ਜਦ ਤੱਕ ਟੈਕਨੋਲੋਜੀ ਡਿਵੈਲਪ ਨਹੀਂ ਸੀ, ਪੋਸਟਲ ਮੇਲ ਹੁੰਦੀ ਸੀ. ਨੈਕਸਟ ਲੈਕਚਰ 'ਚ ਅਸੀਂ ਡਿਸਕਸ ਕਰਾਂਗੇ ਕਿ ਪੋਸਟਲ ਮੇਲ ਤੇ ਈਮੇਲ ਦੇ ਵਿੱਚ ਕੀ ਡਿਫਰੈਂਸਸ ਨੇ, ਇਹਨਾਂ ਦਾ ਕੰਪੈਰੀਜ਼ਨ ਵੀ ਕਰਾਂਗੇ. ਸੋ ਜਦ ਤੱਕ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਸੀਗੀ, ਉਦੋਂ ਤੱਕ ਪੋਸਟਲ ਮੇਲਸ ਕੀਤੀਆਂ ਜਾਂਦੀਆਂ ਸੀ. ਇੱਕ ਲੋਕੇਸ਼ਨ ਤੋਂ ਦੂਸਰੀ ਲੋਕੇਸ਼ਨ ਤੱਕ ਜਾਣ ਨੂੰ ਟਾਈਮ ਵੀ ਲੱਗਦਾ ਸੀ. ਬਟ ਈਮੇਲ ਇੰਸਟੈਂਟਲੀ ਅਸੀਂ ਆਪਣੇ ਕੰਪਿਊਟਰ ਤੋਂ ਮੈਸੇਜ ਕਰਦੇ ਹਾਂ, ਕਿਸੇ ਵੀ ਪਾਰਟ ਆਫ ਦ ਵਰਲਡ ਤੱਕ ਅਸੀਂ ਮੈਸੇਜ ਕਰ ਸਕਦੇ ਹਾਂ. ਨੈਕਸਟ ਹੈ ਈਮੇਲ ਐਡਰੈਸ ਕੀ ਹੈ. ਆਲ ਸਟੂਡੈਂਟਸ ਆਈ ਥਿੰਕ ਤੁਹਾਡੇ ਸਾਰਿਆਂ ਕੋਲ ਈਮੇਲ ਐਡਰੈਸਿਸ ਵੀ ਹੋਣਗੇ ਜੀਮੇਲ ਦੇ ਉੱਪਰ ਜਾਂ ਯਾਹੂ ਦੇ ਉੱਪਰ. ਐਨ ਈਮੇਲ ਐਡਰੈਸ ਆਈਡੈਂਟੀਫਾਈਜ਼ ਅ ਪਰਸਨ ਐਂਡ ਦ ਕੰਪਿਊਟਰ for the purpose of exchanging electronic message. So email address ਜਿੱਦਾਂ ਕਿ ਆਪਾਂ ਜਦੋਂ ਇੰਟਰਨੈਟ ਦੇ ਉੱਪਰ ਮੈਸੇजेस ਸੈਂਡ ਕਰਨੇ ਆ ਤਾਂ ਉੱਥੇ ਸਾਡਾ ਇੱਕ ਐਡਰੈਸ ਹੋਣਾ ਜ਼ਰੂਰੀ ਹੈ. ਤਾਂ that is email address. The basic structure of email address is, email address ਦਾ structure ਕੀ ਹੈ? ਸਭ ਤੋਂ ਪਹਿਲਾਂ ਯੂਜ਼ਰ ਨੇਮ ਹੁੰਦਾ, ਫਿਰ @, ਫਿਰ ਹੋਸਟ ਨੇਮ. ਫॉर एग्जांपल kale12@gmail.com. ਸੋ ਇੱਥੇ ਯੂਜ਼ਰ ਨੇਮ ਕੀ ਹੈ? KALE12 ਐਂਡ ਹੋਸਟ ਨੇਮ ਕੀ ਹੈ? gmail.com. ਇੱਥੇ yahoo.com ਵੀ ਹੋ ਸਕਦਾ ਹੈ, rediff.com ਵੀ ਹੋ ਸਕਦਾ ਹੈ. ਸੋ ਬੇਸਿਕ ਸਟਰਕਚਰ ਸੇਮ ਹੋਏਗਾ, ਚਾਹੇ ਤੁਸੀਂ gmail ਯੂਜ਼ ਕਰੋ ਚਾਹੇ yahoo ਯੂਜ਼ ਕਰੋ. ਯੂਜ਼ਰ ਨੇਮ @host name. ਸੋ kale12 ਇਜ਼ ਦ ਨੇਮ ਆਫ ਦ ਪਰਸਨ. ਜਿਹੜੇ ਪਰਸਨ ਮੈਸੇਜ ਸੈਂਡ ਕਰਨੇ ਆ ਜਾਂ ਰਿਸੀਵ ਕਰਨੇ ਆ, ਇਹਨੂੰ ਯੂਜ਼ਰ ਨੇਮ ਕਿਹਾ ਜਾਂਦਾ ਹੈ. gmail.com ਹੋਸਟ ਨੇਮ ਹੈ, ਇਹਨੂੰ ਡੋਮੇਨ ਨੇਮ ਵੀ ਕਹਿ ਸਕਦੇ ਹਾਂ. ਹੋਸਟ ਨੇਮ ਕਹਿ ਲਓ, ਡੋਮੇਨ ਨੇਮ ਕਹਿ ਲਓ, ਜਾਂ ਇਹ ਮੇਲ ਸਰਵਰ ਵੀ ਕਹਿ ਸਕਦੇ ਆ, ਕਿਉਂਕਿ ਸਾਰੀਆਂ ਸਰਵਿਸਿਜ਼ ਮੇਲ ਦੀਆਂ ਜੀਮੇਲ ਪ੍ਰੋਵਾਈਡ ਕਰ ਰਿਹਾ. ਹੁਣ ਈਮੇਲ ਦੇ ਐਡਵਾਂਟੇਜਸ ਕੀ ਨੇ? ਸਭ ਤੋਂ ਪਹਿਲੀ ਗੱਲ ਹੈ ਕਿ ਇਹ ਫਾਸਟਰ ਹੈ ਓਬਵੀਅਸਲੀ. ਨੈਕਸਟ ਈਜ਼ੀ ਟੂ ਰੈਫਰੈਂਸ, ਕਿਉਂਕਿ ਜੋ ਵੀ ਅਸੀਂ ਮੈਸੇਜ ਸੈਂਡ ਕਰਦੇ ਹਾਂ ਉੱਥੇ ਸਟੋਰ ਹੋ ਜਾਂਦਾ. ਫੋਲਡਰਸ ਬਣੇ ਹੁੰਦੇ ਆ, ਸੈਂਟ ਮੈਸੇਜ ਦਾ ਹੁੰਦਾ, ਇਨਬਾਕਸ ਹੁੰਦਾ, ਆਊਟਬਾਕਸ ਹੁੰਦਾ. ਜੋ ਵੀ ਮੈਸੇਜ ਅਸੀਂ ਸੈਂਡ ਕੀਤਾ ਉਹ ਸੈਂਟ 'ਚ ਆ ਜਾਂਦਾ ਹੈ. ਈਜ਼ੀ ਟੂ ਰੈਫਰੈਂਸ ਦੈਟ ਮੀਨਸ ਕਿ ਅਗਰ ਅਸੀਂ ਰੈਫਰ ਵੀ ਕਰਨਾ ਹੋਵੇ ਕਿ ਇੱਕ ਦਿਨ ਪਹਿਲਾਂ ਸਾਨੂੰ ਕਿੱਥੋਂ ਕੋਈ ਇੰਸਟੈਂਟ ਮੈਸੇਜ ਆਇਆ, ਵੀ ਕੈਨ ਈਜ਼ੀਲੀ ਰੈਫਰ. ਈਜ਼ੀ ਟੂ ਯੂਜ਼, ਇਹਨੂੰ ਯੂਜ਼ ਕਰਨਾ ਬਹੁਤ ਈਜ਼ੀ ਹੈ. ਈਮੇਲ ਇਜ਼ ਇਨਐਕਸਪੈਂਸਿਵ. ਪੋਸਟਲ ਮੇਲ 'ਤੇ ਕੁਛ ਐਕਸਪੈਂਸਿਸ ਆਉਂਦੇ ਆ ਡਿਪੈਂਡਿੰਗ ਅਪੋਨ ਦ ਤੁਸੀਂ ਕਿੱਥੇ ਪੋਸਟ ਕਰਨੀ ਹੈ ਆਪਣੀ ਮੇਲ, ਬਟ ਇਹ ਇਨਐਕਸਪੈਂਸਿਵ ਹੈ. Advertising tool. Many companies are using emails to advertise their products and services. ਅਸੀਂ ਵੀ ਦੇਖਿਆ ਹੈ ਆਪਣੀ ਈਮੇਲਸ ਦੇ ਉੱਪਰ ਕਾਫੀ ਸਾਨੂੰ ਐਡਵਰਟੀਜ਼ਮੈਂਟਸ ਦੇ ਵੀ ਮੈਸੇजेस ਆਉਂਦੇ ਆ. ਸੋ ਕੰਪਨੀਜ਼ ਇੱਕ ਐਡਵਰਟਾਈਜ਼ਿੰਗ ਟੂਲ ਦੇ ਰੂਪ 'ਚ ਵੀ ਇਹਨਾਂ ਨੂੰ ਯੂਜ਼ ਕਰ ਰਹੀਆਂ ਨੇ. ਸੋ ਐਡਵਾਂਟੇਜਸ ਕੀ ਨੇ? ਈਮੇਲਸ ਆਰ ਈਜ਼ੀ ਟੂ ਯੂਜ਼, ਫਾਸਟਰ, ਇਨਐਕਸਪੈਂਸਿਵ, ਐਡਵਰਟਾਈਜ਼ਿੰਗ ਟੂਲ ਐਂਡ ਈਜ਼ੀ ਟੂ ਰੈਫਰੈਂਸ. ਕਿ ਕਿਹੜਾ ਮੈਸੇਜ ਕਦੋਂ ਆਇਆ ਉਹ ਅਸੀਂ ਈਜ਼ੀਲੀ ਰੈਫਰ ਕਰ ਸਕਦੇ ਹਾਂ. So this was all about today's lecture. Thank you, students.